जिथे सच खड़ा है उत्थे झूठ नूं एक ना एक दिन सिर झुकाउणा ही पैंदा। ਅਸੀਂ ਘਰ ਨਹੀਂ ਬੈਠਣਾ, ਅਸੀਂ ਜਦ ਤੱਕ ਕਿਸਾਨ ਉੱਥੇ ਜਿੱਤ ਕੇ ਨਹੀਂ ਆਉਂਦੇ ਜਦ ਤੱਕ ਇਦਾਂ ਹੀ ਸਾਡਾ ਰਹੂ। ਦਿੱਲੀ ਮੋਰਚਾ ਤੇ ਕਿਸਾਨੀ ਸੰਘਰਸ਼ ਨੂੰ 6 ਮਹੀਨੇ ਪੂਰੇ ਹੋ ਗਏ ਨੇ ਤੇ ਕਿਸਾਨ ਲਗਾਤਾਰ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ, ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸ ਲਈ ਕਿਸਾਨਾਂ ਨੇ ਅੱਜ ਕਿਸਾਨੀ ਸੰਘਰਸ਼ ਨੂੰ 6 ਮਹੀਨੇ ਪੂਰੇ ਹੋਣ ਤੇ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ਦੇ ਉੱਤੇ ਅੱਜ ਦੇਸ਼ ਭਰ ਦੇ ਵਿੱਚ ਕਾਲਾ ਦਿਵਸ ਦੇ ਵਜੋਂ ਸੱਦਾ ਦਿੱਤਾ ਹੈ। ਇਸ ਦਿਨ ਕਿਸਾਨਾਂ ਨੇ ਸਾਰੇ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਵਹੀਕਲਾਂ ਦੇ ਵਿੱਚ ਕਾਲੇ ਝੰਡੇ ਲਾ ਕੇ ਕਿਸਾਨੀ ਸੰਘਰਸ਼ ਦਾ ਸਮਰਥਨ ਦੇਣ ਅਤੇ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਹੁਣ ਅਸੀਂ ਗੁਰਦੁਆਰਾ ਸੁਹਾਣਾ ਸਾਹਿਬ ਦੇ ਬਾਹਰ ਖੜੇ ਹਾਂ ਤੇ ਇੱਥੇ ਕਾਫੀ ਗਿਣਤੀ ਦੇ ਵਿੱਚ ਵੱਡੀ ਗਿਣਤੀ 'ਚ ਜਿਹੜੇ ਲੋਕ ਨੇ ਉਹ ਕਿਸਾਨਾਂ ਦੇ ਸੱਦੇ ਦਾ ਪੂਰਾ ਸਮਰਥਨ ਦੇ ਰਹੇ ਨੇ। ਲੋਕਾਂ ਨੇ ਹੱਥਾਂ ਦੇ ਵਿੱਚ ਕਾਲੀਆਂ ਝੰਡੀਆਂ ਫੜ ਕੇ ਜਿਹੜਾ ਕਿਸਾਨਾਂ ਦੇ ਸੱਦੇ ਦਾ ਪੂਰਾ ਸਾਥ ਦੇ ਰਿਹਾ। ਤੇ ਹੁਣ ਸਾਡੇ ਨਾਲ ਜਿਹੜੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਸਾਡੇ ਨਾਲ ਕੁਝ ਨੌਜਵਾਨ ਜੁੜੇ ਹੋਏ ਨੇ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਜਿਹੜਾ ਕਿਸਾਨਾਂ ਨੇ ਜਿਹੜਾ ਸੱਦਾ ਦਿੱਤਾ ਹੈ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕਾਲਾ ਵਿਰੋਧ ਦਿਵਸ ਦਾ ਸੱਦਾ ਦਿੱਤਾ ਹੈ ਤੇ ਇਹਦੇ ਨਾਲ ਜਿਹੜਾ ਪਿਛਲੇ ਦਿਨੀ ਕੁਝ ਕਿਸਾਨਾਂ ਤੇ ਜਿਹੜਾ ਸੰਘਰਸ਼ ਥੋੜਾ ਢਿੱਲਾ ਮੱਠਾ ਪੈ ਰਿਹਾ ਸੀ, ਕਿਸਾਨਾਂ ਦੇ ਇਸ ਸੱਦੇ ਦੇ ਨਾਲ ਕੀ ਇਹ ਸੰਘਰਸ਼ ਮੁੜ ਫੇਰ ਉਹੀ ਰਫ਼ਤਾਰ ਫੜੇਗਾ? ਹਾਂਜੀ ਹਾਂਜੀ ਬਿਲकुल ਜ਼ਰੂਰ ਰਫ਼ਤਾਰ ਫੜੇਗਾ। ਜਿਹੀ ਜੀ ਰਫ਼ਤਾਰ ਪਹਿਲਾਂ ਦੇਖਣ ਨੂੰ ਮਿਲੀ ਸੀ ਉਹਦੇ ਨਾਲੋਂ ਵੱਧ ਚੜ੍ਹ ਕੇ ਹੀ ਮਿਲੇਗੀ। ਕਾਫੀ ਕਾਰਨਾਂ ਕਰਕੇ ਦਬਾਅ ਪਾਇਆ ਗਿਆ ਸੀ ਜਿਹਦੇ ਕਰਕੇ ਫਾਰਮਰਸ ਦਾ ਜਿਹੜਾ ਅੰਦੋਲਨ ਹੈ ਜਿਹਦਾ ਰੌਲਾ ਪਾਇਆ ਜਾ ਰਿਹਾ ਸੀ ਕਿ ਇਹ ਦਬਾਅ ਦੇ ਵਿੱਚ ਆ ਗਿਆ। ਅਸਲ ਦੇ ਵਿੱਚ ਅਸੀਂ ਹੁਣ ਉਸ ਟਾਈਮ ਵੀ 2 ਜਾਂ 3 ਵਾਰੀ ਜਦੋਂ ਜਾ ਕੇ ਆਏ ਹਾਂ ਸਾਨੂੰ ਉੱਥੇ ਇਕੱਠ ਦੇ ਵਿੱਚ ਕੋਈ ਕਮੀ ਨਹੀਂ ਦਿਖੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਧ ਤੋਂ ਵੱਧ ਰਫ਼ਤਾਰ ਉੱਥੇ ਤੁਹਾਨੂੰ ਦੇਖਣ ਨੂੰ ਮਿਲੇਗੀ। ਤੇ ਮੋਦੀ ਸਰਕਾਰ ਨੂੰ ਤੁਸੀਂ ਕੀ ਸਵਾਲ ਕਰਨਾ ਚਾਹੁੰਦੇ, ਕਿਉਂਕਿ ਅੱਜ ਕਿਸਾਨਾਂ ਨੇ ਮੋਦੀ ਸਰਕਾਰ ਦੇ 7 ਸਾਲ ਪੂਰੇ ਹੋਣ ਦੇ ਖਿਲਾਫ ਵੀ ਜਿਹੜਾ ਸੀ ਇਹ ਸੱਦਾ ਦਿੱਤਾ ਹੈ? ਹਾਂਜੀ ਇੱਕ ਵਾਰ ਫਿਰ ਰਿਪੀਟ ਕਰੋ। ਮੋਦੀ ਸਰਕਾਰ ਨੂੰ ਤੁਸੀਂ ਕੀ ਸਵਾਲ ਕਰਨਾ ਚਾਹੋਗੇ, ਕਿਉਂਕਿ ਅੱਜ ਕਿਸਾਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਵੀ ਇਹ ਜਿਹੜਾ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਕਿਉਂਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਗੌਰ ਨਹੀਂ ਕਰ ਰਹੀ? ਹਾਂਜੀ ਮੋਦੀ ਸਰਕਾਰ ਨੂੰ ਤਾਂ ਇਹੀ ਸੁਨੇਹਾ ਦੇਣਾ ਚਾਹਾਂਗੇ ਕਿ ਜਿਹੜੇ 6 ਮਹੀਨੇ ਤੋਂ ਟਿਕਰੀ ਜਾਂ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਬੈਠੇ ਆ ਉਹ ਵੀ ਭਾਰਤ ਦੇਸ਼ ਦੇ ਹੀ ਵਾਸੀ ਆ, ਉਹਨਾਂ ਦੀ ਵੀ ਵੋਟਾਂ ਕਿਤੇ ਨਾ ਕਿਤੇ ਪੈ ਕੇ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਸੀ ਤੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਇਹ ਬਿੱਲ ਵਾਪਸ ਲੈ ਜਾਣ ਜੋ ਕਿ ਕਿਸਾਨਾਂ ਦੇ ਲਈ ਠੀਕ ਨਹੀਂ ਹੈ ਤੇ ਆਉਣ ਵਾਲੀਆਂ ਫਸਲਾਂ ਤੇ ਪੀੜ੍ਹੀਆਂ ਲਈ ਇਹ ਠੀਕ ਨਹੀਂ ਹੋਏਗਾ ਕਿ ਜੇ ਇਹ ਬਿੱਲ ਇੱਦਾਂ ਹੀ ਰਹਿਣ। ਤੇ ਅਸੀਂ ਇਹੀ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਵਾਪਸ ਲਿਆ ਜਾਵੇ ਤਾਂ ਜੋ ਖੁਸ਼ੀ ਸਾਡੇ ਕਿਸਾਨ ਵੀਰ ਜੋ 6 ਮਹੀਨਿਆਂ ਤੋਂ ਉੱਥੇ ਬੈਠੇ ਆ ਤੇ ਕਈਆਂ ਦੀ ਕਈ ਕਾਰਨਾਂ ਕਰਕੇ ਉੱਥੇ ਮੌਤ ਵੀ ਹੋਈ ਹੈ ਤੇ ਉਹ ਬਾਕੀ ਸਹੀ ਸਲਾਮਤ ਆਪਣੇ ਘਰ ਨੂੰ ਪਰਤਣ। ਮੋਦੀ ਸਰਕਾਰ ਕਰ ਦੇਗੀ, ਮੋਦੀ ਸਰਕਾਰ ਕਰ ਦੇਗੀ। ਅੱਜ ਕਿਸਾਨੀ ਸੰਘਰਸ਼ ਕਿਸਾਨਾਂ ਨੇ ਸੱਦਾ ਦਿੱਤਾ ਹੋਇਆ ਪੂਰੇ ਭਾਰਤ ਦੇ ਵਿੱਚ ਜਿਹੜਾ ਕਾਲਾ ਦਿਵਸ ਦਾ ਕਿਸਾਨਾਂ ਨੂੰ ਕਾਲੇ ਝੰਡੇ ਲਾਉਣ ਦਾ ਮੋਦੀ ਸਰਕਾਰ ਦੇ ਪੁਤਲੇ ਫੂਕਣ ਦਾ, ਤੇ ਮੋਦੀ ਸਰਕਾਰ ਦੇ ਇਸ ਦਾ ਕੀ ਅਸਰ ਹੋਏਗਾ? देखो संघर्ष करना सच्चाई का फर्ज है और जिथे सच खड़ा है उत्थे झूठ नूं एक ना एक दिन सिर झुकाउणा ही पैंदा। ये साडे गुरु साहब दस गए, साडे पीर पैगंबर दस गए और मेरे हिसाब नाल जो कुछ तुसीं देख रहे हो हिंदुस्तान ते पंजाब दे विच हो रहा है बड़ी छेती बड़िया बड़िया सरकारां चली गई। औरंगजेब वर्गे झुक गए, सारी मुगल सरकार झुक गई, गोरे झुक गए, अंग्रेज़ चले गए। तो ये तो मेरा ख्याल कोई एडी लंबी चौड़ी गल है नहीं। जिस तरह आप सारे इकट्ठे होके मैं पहले भी कहा कि झंडे थले जब चलांगे ना ताकत बनेगी और ये ताकत के सामने देख लो बनती जा रही। ਕਿਸਾਨਾਂ ਦੇ ਅੱਜ ਦੇ ਸੱਦੇ ਨਾਲ ਬਹੁਤ ਸਾਰੇ ਲੋਕ ਜੁੜ ਰਹੇ ਨੇ ਹਨਾ, ਜਿੱਦਾਂ ਪਹਿਲਾਂ ਵੀ ਜੁੜੇ ਨੇ ਅੱਜ ਵੀ ਜੁੜ ਰਹੇ ਆ ਤੇ ਮੋਦੀ ਸਰਕਾਰ ਦੀਆਂ ਜੜ੍ਹਾਂ ਕੀ ਇਸ ਸੱਦੇ ਦੇ ਨਾਲ ਹਿਲ ਜਾਣਗੀਆਂ ਕਿਉਂਕਿ ਜਿਹੜਾ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਜਿਹੜਾ ਧਿਆਨ ਨਹੀਂ ਦੇ ਰਹੀ। ਕਈ ਵਾਰੀ ਨਾ ਬੀਬਾ ਜੀ ਬੰਦੇ ਤੋਂ ਗਲਤੀ ਹੋ ਜਾਂਦੀ ਹੈ। ਕਈ ਵਾਰੀ ਵੱਡੇ ਵੱਡੇ ਰਾਜੇ ਮਹਾਰਾਜੇ ਕੋਈ ਗਲਤ ਡਿਸੀਜਨ ਲੈ ਲੈਂਦੇ ਆ, ਗਲਤ ਚੀਜ਼ਾਂ ਬਿੱਲ ਪਾਸ ਕਰ ਦਿੰਦੇ ਆ। ਮੇਰਾ ਖਿਆਲ ਐਡੀ ਵੱਡੀ ਗਲਤੀ ਹੋ ਗਈ ਹੈ ਜਿੱਥੇ ਸਿਰਫ ਉਹਨਾਂ ਨੂੰ ਇੱਕੋ ਚੀਜ਼ ਖਾਈ ਜਾਂਦੀ ਹੈ ਜੋ ਮੈਨੂੰ ਸੁਣਨ 'ਚ ਆਇਆ ਔਰ ਬੜੇ ਮੁਆਜ਼ਬ ਬੰਦੇ ਨੇ ਮੈਨੂੰ ਦੱਸਿਆ ਕਿ ਉਹ ਕਹਿੰਦੇ ਨੇ ਜੀ ਤੁਸੀਂ ਸਾਰੇ ਬਿੱਲ ਅਸੀਂ ਤੁਹਾਡੇ ਠੀਕ ਕਰ ਦਿਆਂਗੇ ਪਰ ਤੁਸੀਂ ਆਹ ਸ਼ਬਦ ਨਾ ਕਹੋ ਵੀ ਬਿੱਲ ਰੱਦ ਕਰ ਦਿਓ, ਸਾਡੀ ਬੇਇੱਜ਼ਤੀ ਹੁੰਦੀ ਹੈ। ਤੇ ਮੈਂ ਪੁੱਛਣਾ ਚਾਹੁੰਦਾ ਵੀ ਤੁਹਾਡੀ ਮੁੱਛ ਦਾ ਸਵਾਲ ਹੈ, ਤੁਸੀਂ ਇਹ ਇੱਕ ਲਫ਼ਜ਼ ਰੱਦ ਉਹ ਨਹੀਂ ਮਿਟਾਉਣਾ ਚਾਹੁੰਦੇ, ਬਾਕੀ ਤੁਸੀਂ ਸਾਰੇ ਬਿੱਲ ਚੇਂਜ ਕਰ ਦੇਣਾ ਚਾਹੁੰਦੇ ਹੋ। ਇਹ ਕਿਹੜੀ ਕਿਤਾਬ 'ਚ ਲਿਖਿਆ? ਸੋ ਅੱਜ ਨਹੀਂ ਤਾਂ ਕੱਲ ਇਹ ਰੱਦ ਕਰਾਉਣੇ ਤੇ ਰੱਦ ਹੋ ਕੇ ਰਹਿਣੇ ਆ ਤੇ ਜਿਹੜੀ ਚੀਜ਼ ਹੋ ਕੇ ਰਹਿਣੀ ਉਹ ਪਹਿਲਾਂ ਹੀ ਮੰਨ ਲਓ ਬਾਅਦ 'ਚ ਫਿਰ ਕਰਨੀ ਪਊਗੀ ਤਾਂ ਕੀ ਫਾਇਦਾ? ਕਿਸਾਨਾਂ ਵੱਲੋਂ ਤਾਂ ਮੁੱਛ ਢਿੱਲੀ ਹੋਊਗੀ।
ਕਿਸਾਨਾਂ ਵੱਲੋਂ ਲਗਾਤਾਰ ਸੱਦੇ ਦਿੱਤੇ ਜਾ ਰਹੇ ਨੇ, ਆਖਿਰ ਕਦੋਂ ਤੱਕ ਮੋਦੀ ਸਰਕਾਰ ਕਿਹੜੇ ਕਿਸਾਨਾਂ ਦੇ ਸੱਦੇ ਉੱਤੇ ਬਿੱਲ ਰੱਦ ਕਰੇਗੀ, ਤੁਹਾਨੂੰ ਕੀ ਲੱਗਦਾ ਹੈ? ਬੜੀਆਂ ਬੜੀਆਂ ਜੰਗਾਂ ਚੱਲੀਆਂ ਨੇ। ਆਨੰਦਪੁਰ ਸਾਹਿਬ 9 ਮਹੀਨੇ ਜੰਗ ਚੱਲੀ ਹੈ, ਤੁਹਾਡੇ ਯਾਦ ਹੋਊਗਾ। ਤੁਸੀਂ ਆਪ ਖਾਲਸਾ ਪੰਥ ਤੋਂ 3 ਮਹੀਨੇ ਬਾਅਦ ਪਾਣੀ ਮੁੱਕ ਗਿਆ, ਰਾਸ਼ਨ ਮੁੱਕ ਗਿਆ, ਸਭ ਕੁਝ ਮੁੱਕ ਗਿਆ ਉੱਥੇ, ਲੇਕਿਨ ਫਿਰ ਵੀ ਜੰਗ ਚੱਲਦੀ ਰਹੀ। ਮੇਰਾ ਖਿਆਲ ਗੁਰੂ ਸਾਹਿਬ ਨੇ 42 ਸਾਲ ਦੀ ਉਮਰ ਦੇ ਵਿੱਚ ਜਨਮ ਲੈਣ ਤੋਂ ਬਾਅਦ ਤੇ ਜਾਣ ਤੱਕ ਮੁਗਲ ਸਰਕਾਰ ਦੀ ਜਿਹੜੀ ਜੜ ਸੀ ਉਹ ਮੁਕਾਤੀ। ਤੇ ਜੇ ਉਹ ਕੰਮ ਉਹ 42 ਸਾਲ ਦੇ ਵਿੱਚ ਕਰ ਸਕਦੇ ਆ ਤੇ ਇਹ ਕੰਮ ਨੂੰ ਤਾਂ ਜੇ ਹੋਇਆ 1 ਸਾਲ ਹੈ ਜਾਂ 6 ਮਹੀਨੇ ਹੋਏ ਨੇ। ਦੇਖੋ ਕਿ ਹੁੰਦਾ ਕੀ ਹੈ। ਮਤਲਬ ਕਿਸਾਨਾਂ ਦੇ ਹੌਲੀ ਹੌਲੀ ਜਿੰਨੇ ਵੀ ਜਿਹੜੇ ਪ੍ਰਦਰਸ਼ਨ ਸੱਦੇ ਦੇਣਗੇ ਕਿਸਾਨ, ਆਖਿਰ ਮੋਦੀ ਸਰਕਾਰ ਝੁਕੇਗੀ। ਸ਼ਹੀਦਾਂ ਦੇ ਗੁਰਦੁਆਰੇ ਖੜੇ ਆ, ਇਹਨਾਂ ਦੇ ਸਦਕੇ, ਅਕਾਲ ਪੁਰਖ ਦੇ ਸਦਕੇ ਇਹ ਅੰਦੋਲਨ ਚੱਲ ਰਿਹਾ। ਇਹਨੂੰ ਕੋਈ ਨਹੀਂ ਚਲਾ ਰਿਹਾ, ਇਹਨੂੰ ਰੱਬ ਚਲਾ ਰਿਹਾ। ਤੇ ਜਿਹਨੂੰ ਰੱਬ ਚਲਾਵੇ ਉਹਨੂੰ ਦੁਨੀਆ ਦੀ ਕੋਈ ਤਾਕਤ ਥੱਲੇ ਨਹੀਂ ਸਿੱਟ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਮੋਦੀ ਸਰਕਾਰ ਕਰ ਦੇਗੀ ਮੋਦੀ ਸਰਕਾਰ ਕਾਲਾ ਕਾਨੂੰਨ ਰੱਦ ਕਰੋ, ਕਾਲਾ ਕਾਨੂੰਨ ਰੱਦ ਕਰੋ, ਕਾਲਾ ਕਾਨੂੰਨ ਰੱਦ ਕਰੋ। ਇਹ ਸਰਕਾਰਾਂ ਕਰਦੀਆਂ ਕੀ? ਅੱਜ ਕਿਸਾਨਾਂ ਨੇ ਜਿਹੜਾ ਪੂਰੇ ਦੇਸ਼ ਭਰ ਦੇ ਵਿੱਚ ਕਾਲਾ ਦਿਵਸ ਦਾ ਸੱਦਾ ਦਿੱਤਾ ਹੈ ਤੇ ਕਾਲੇ ਝੰਡਿਆਂ ਜਿਹੜਾ ਲਾਉਣ ਦਾ ਸੱਦਾ ਦਿੱਤਾ ਹੈ, ਤੁਹਾਨੂੰ ਕੀ ਲੱਗਦਾ ਮੋਦੀ ਸਰਕਾਰ ਤੇ ਇਸ ਸੱਦੇ ਦਾ ਕੀ ਅਸਰ ਹੋਏਗਾ? ਅਸਰ ਤਾਂ ਪਊਗਾ ਜੀ। ਕਾਲੇ ਕਾਨੂੰਨ ਹੈ ਜਿਹੜੇ ਇਹਨਾਂ ਨੇ ਬਣਾਏ ਹੈਗੇ, ਇਹ ਉਹਨਾਂ ਨੂੰ ਰੱਦ ਕਰਨੇ ਪੈਣਗੇ। ਠੀਕ ਹੈ ਨਾ, ਕਿਸਾਨਾਂ ਦੀ ਜਿੱਤ ਹੋਊਗੀ। ਠੀਕ ਹੈ, ਇਹ ਅਸਰ ਪੈਣਾ ਹੀ ਪੈਣਾ ਹੈਗਾ। ਉਨੀ ਦੇਰ ਤੱਕ ਕਿਸਾਨ ਹਟਣੇ ਵਾਲੇ ਪਿੱਛੇ ਨਹੀਂ ਹੈਗੇ। ਠੀਕ ਹੈ ਨਾ, ਹੌਂਸਲੇ ਤੁਹਾਡੇ ਬੁਲੰਦ ਨੇ। ਜਦੋਂ ਜਿੰਨੀ ਦੇਰ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨੀ ਦੇਰ ਤੱਕ ਕਿਸਾਨ ਪਿੱਛੇ ਨਹੀਂ ਹਟਦੇ ਹੈਗੇ। ਠੀਕ ਹੈ ਨਾ, ਹਾਂ। ਤੇ ਹੌਂਸਲੇ ਬੁਲੰਦ ਨੇ ਕਿਉਂਕਿ ਮੋਦੀ ਸਰਕਾਰ ਕਿਸਾਨਾਂ ਦੀ ਗੱਲਬਾਤ ਨਹੀਂ ਸੁਣ ਰਹੀ। ਤੁਹਾਡੇ ਹੌਂਸਲੇ ਬੁਲੰਦ ਨੇ। ਸਾਡੇ ਹੌਸਲੇ ਬੁਲੰਦ ਪਹਿਲਾਂ ਵੀ ਸੀਗੇ ਤੇ ਹੁਣ ਵੀ ਹੈਗੇ ਤੇ ਅੱਗੇ ਵੀ ਰਹਿਣਗੇ। ਖਾਲਸਾ ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਹੈਗਾ, ਚੜ੍ਹਦੀ ਕਲਾ 'ਚ ਰਹੂਗਾ। ਮੋਦੀ ਸਰਕਾਰ ਆ ਉਹ ਕਿਸਾਨਾਂ ਨੂੰ ਕਰੋਨਾ ਦਾ ਬਹਾਨਾ ਜਾਂ ਕਰੋਨਾ ਦਾ ਹਵਾਲਾ ਦੇ ਕੇ ਕਹਿ ਰਹੇ ਆ ਕਿ ਜਿਹੜੇ ਬਜ਼ੁਰਗ ਬੀਬੀਆਂ ਬੱਚੇ ਨੇ ਉਹ ਘਰਾਂ 'ਚ ਵਾਪਸ ਚਲੇ ਜਾਣ। ਤੇ ਕੀ ਕਿਸਾਨਾਂ ਵੱਲੋਂ ਬਜ਼ੁਰਗਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਵਾਪਸ ਨਹੀਂ ਜਾਵਾਂਗੇ, ਤਾਂ ਤੁਸੀਂ ਇਸ ਬਾਰੇ ਕੀ ਕਹੋ? ਨਹੀਂ, ਅਸੀਂ ਵਾਪਸ ਉਨੀ ਦੇਰ ਨਹੀਂ ਜਾਂਦੇ ਹੈਗੇ। ਕਿਸਾਨ ਸਾਰੇ ਉਨੀ ਦੇਰ ਵਾਪਸ ਨਹੀਂ ਜਾਂਦੇ ਹੈਗੇ ਜਿੰਨੀ ਦੇਰ ਤੱਕ ਇਹ ਕਾਨੂੰਨ ਗਵਰਨਮੈਂਟ ਵਾਪਸ ਨਹੀਂ ਲੈਂਦੀ ਹੈਗੀ ਮੋਦੀ ਸਰਕਾਰ। ਠੀਕ ਹੈ ਨਾ, ਉਨੀ ਦੇਰ ਤੱਕ ਸਾਡਾ ਕੋਈ ਜਾਣ ਦਾ ਫੈਸਲਾ ਨਹੀਂ ਹੈਗਾ। ਉਨੀ ਦੇਰ ਤੱਕ ਅਸੀਂ ਇੱਥੇ ਹੀ ਡਟੇ ਰਹਾਂਗੇ। ਠੀਕ ਹੈ ਨਾ, ਹਾਂ। ਉਨੀ ਦੇਰ ਤੱਕ ਅਸੀਂ ਦਿੱਲੀ ਧਰਨੇ 'ਤੇ ਵੀ ਜਾਂਦੇ ਰਹਾਂਗੇ। ਠੀਕ ਹੈ ਨਾ, ਕੋਈ ਅਸੀਂ ਪਿੱਛੇ ਹਟਣੇ ਵਾਲੇ ਨਹੀਂ ਹੈਗੇ ਜਿੰਨੀ ਦੇਰ ਤੱਕ ਗਵਰਨਮੈਂਟ ਇਹਨਾਂ ਕਾਨੂੰਨਾਂ ਨੂੰ, ਕਾਲੇ ਕਾਨੂੰਨ ਜਿਹੜੇ ਬਣਾਏ ਆ ਗਵਰਨਮੈਂਟ ਨੇ, ਉਹਨਾਂ ਨੂੰ ਵਾਪਸ ਨਹੀਂ ਲੈਂਦੀ ਹੈਗੀ। ਕਿਸਾਨੀ ਸੰਘਰਸ਼ ਦੇ ਵਿੱਚ ਜਿੱਥੇ ਕਿਸਾਨ ਸਾਡੇ ਦਿੱਲੀ ਮੋਰਚਿਆਂ ਤੇ ਡਟੇ ਹੋਏ ਨੇ, ਉੱਥੇ ਹੀ ਕਿਸਾਨ ਬੀਬੀਆਂ ਵੀ ਕਿਸਾਨਾਂ ਦਾ ਸਾਥ ਦੇਣ ਲਈ, ਕਿਸਾਨੀ ਸੰਘਰਸ਼ ਦਾ ਸਾਥ ਦੇਣ ਲਈ ਮੋਰਚੇ ਦੇ ਵਿੱਚ ਡਟੀਆਂ ਹੋਈਆਂ ਨੇ। ਅੱਜ ਵੀ ਕਿਸਾਨਾਂ ਦੇ ਸੱਦੇ ਅਤੇ ਬੀਬੀਆਂ ਜਿਹੜੀਆਂ ਨੇ ਇੱਥੇ ਕਿਸਾਨ ਬੀਬੀਆਂ ਨੇ ਉਹ ਕਿਸਾਨਾਂ ਦੇ ਸੱਦੇ ਦਾ ਸਮਰਥਨ ਦਿੰਦਿਆਂ ਇੱਥੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਈਆਂ ਨੇ ਤੇ ਕਾਲੇ ਝੰਡੇ ਫੜ ਕੇ ਬੀਬੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਅਸੀਂ ਬੀਬੀਆਂ ਤੋਂ ਪੁੱਛਾਂਗੇ ਕਿ ਜਿਹੜਾ ਕਿਸਾਨੀ ਸੰਘਰਸ਼ ਆ, ਇੱਕ ਵਾਰੀ ਲੱਗਦਾ ਸੀ ਕਿ ਮੱਠਾ ਪੈ ਗਿਆ ਹੈ ਤੇ ਹੁਣ ਜਿਹੜਾ ਕਿਸਾਨਾਂ ਨੇ ਸੱਦਾ ਦਿੱਤਾ ਹੈ, ਇਹ ਤੋਂ ਕੀ ਲੱਗਦਾ ਕਿ ਜਿਹੜਾ ਸੰਘਰਸ਼ ਆ ਇਹ ਫਿਰ ਪਹਿਲੇ ਵਾਰੀ ਸਪੀਡ ਫੜੇਗਾ? ਕਿਉਂਕਿ ਹਾਲਾਂਕਿ ਕਹਿ ਰਹੇ ਨੇ ਕਿ ਨਹੀਂ ਮੱਠਾ ਪੈ ਰਿਹਾ, ਪਰ ਫਿਰ ਵੀ ਜੋ ਪਿਛਲੇ ਦਿਨੀ ਜਿਹੜਾ ਮੋਦੀ ਸਰਕਾਰ ਦੇ ਨਾਲ ਕਿਸਾਨਾਂ ਦੀ ਕੋਈ ਗੱਲਬਾਤ ਨਹੀਂ ਹੋ ਰਹੀ, ਇਸ ਸੱਦੇ ਦੇ ਨਾਲ ਮੋਦੀ ਸਰਕਾਰ ਤੇ ਕੀ ਅਸਰ ਪਏਗਾ? ਮੋਦੀ ਸਰਕਾਰ ਨੂੰ ਸਾਰੇ ਕਾਨੂੰਨ ਵਾਪਸ ਲੈਣੇ ਪੈਣਗੇ, ਸਾਰਾ ਰੱਦ ਕਰਨੇ ਪੈਣਗੇ। ਕਿਸਾਨ ਉੱਥੇ ਤੋਂ ਜਿੱਤ ਕੇ ਆਉਣਗੇ। ਅਸੀਂ ਇੱਥੇ ਵੀ ਬੈਠੇ ਹਾਂ, ਅਸੀਂ ਸਾਡਾ ਸਾਥ ਉਹਨਾਂ ਨਾਲ ਆ, ਕਿਸਾਨਾਂ ਨਾਲ ਜਿਹੜੇ ਦਿੱਲੀ 'ਚ ਵੀ ਬੈਠੇ ਹਾਂ, ਅਸੀਂ ਉਹਨਾਂ ਦੇ ਨਾਲ ਹਾਂ। ਅਸੀਂ ਉੱਥੇ ਤੋਂ ਜਿੱਤ ਕੇ ਉੱਥੇ ਤੋਂ ਆਪਣੇ ਵਾਪਸ ਘਰ ਨੂੰ ਆਉਂਗੇ। ਉੱਥੇ ਤੋਂ ਚਾਹੇ ਗਰਮੀ ਆ, ਚਾਹੇ ਸਰਦੀ ਆ, ਕੁਛ ਆ, ਚਾਹੇ ਉੱਥੇ ਕੋਈ ਡਰਨੇ ਵਾਲੇ ਨਹੀਂ। ਕਿਸਾਨ ਆਪਣੇ ਕਰਾ ਕੇ ਰੱਦ ਤਾਂ ਫਿਰ ਆਉਣਗੇ ਕਾਨੂੰਨ ਸਾਰੇ। ਤੇ ਜਿੱਦਾਂ ਤੁਸੀਂ ਜਿਹੜਾ ਕਿਸਾਨੀ ਸੰਘਰਸ਼ ਨੇ, ਜਿਹੜੇ ਕਿਸਾਨ ਗਏ ਹੋਏ ਨੇ ਦਿੱਲੀ ਮੋਰਚਿਆਂ ਤੇ ਮਗਰ ਹੁਣ ਕਹਿ ਰਹੇ ਨੇ ਕਿ ਜਿਹੜੇ ਕਿਸਾਨ ਬੀਬੀਆਂ ਨੇ ਉਹਨਾਂ ਨੇ ਪੂਰਾ ਮੋਰਚਾ ਸੰਭਾਲਿਆ ਹੋਇਆ ਹੈ ਤੇ ਮੋਦੀ ਸਰਕਾਰ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣ ਰਹੀ। ਤੇ ਤੁਹਾਨੂੰ ਕੀ ਲੱਗਦਾ ਹੁਣ ਤੁਸੀਂ ਮੋਦੀ ਸਰਕਾਰ ਨੂੰ ਇਸ ਸੱਦੇ ਤੋਂ ਬਾਅਦ ਤੁਸੀਂ ਕੀ ਮੋਦੀ ਸਰਕਾਰ ਤੋਂ ਕੀ ਸਵਾਲ ਪੁੱਛਣੇ ਚਾਹੋਗੇ? ਮੋਦੀ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਦੇਖੋ, ਮੈਂ ਏਸੀਆਂ ਦੇ ਵਿੱਚ ਬੈਠਾ, ਕਿਸਾਨ ਧੁੱਪਾਂ ਵਿੱਚ ਫਿਰਦੇ ਆ, ਇੰਨੇ ਧੁੱਪਾਂ ਵਿੱਚ ਬੈਠੇ ਆ। ਉਹ ਟਰਾਲੀਆਂ ਵਿੱਚ ਸੌਂਦੇ ਆ, ਮੱਛਰਾਂ ਵਿੱਚ ਸੌਂਦੇ ਆ। ਉਹ ਮੈਂ ਐਡੇ ਮਹਿਲਾਂ ਵਿੱਚ ਪਿਆ। ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਮੈਂ ਉਹਨਾਂ ਦੇ ਕਿਸਾਨਾਂ ਦੇ ਸਾਰੇ ਕਾਨੂੰਨ ਰੱਦ ਕਰਕੇ ਉਹਨਾਂ ਨੂੰ ਆਪਣੇ ਘਰਾਂ ਨੂੰ ਭੇਜ ਦੇਵਾਂ, ਆਪਣੇ ਘਰ ਜਾ ਕੇ ਆਪਣੇ ਕੰਮ ਸੰਭਾਲਣ। ਉਹ ਸਾਰੇ ਕੰਮ ਉਹਨਾਂ ਦੇ ਹੋ ਰਹੇ ਖਰਾਬ ਵਿਚਾਰਿਆਂ ਦੇ। ਤੇ
ਤੁਸੀਂ ਕਿਸਾਨ ਮੋਰਚਿਆਂ ਦੇ ਵਿੱਚ ਜਿੱਦਾਂ ਕਿਸਾਨ ਗਏ ਹੋਏ ਨੇ ਤੇ ਤੁਸੀਂ ਵੀ ਘਰ-ਬਾਰ ਛੱਡ ਕੇ ਕਿੰਨਾ ਕੁ ਤੁਹਾਡੇ ਲਈ ਔਖਾ ਹੁੰਦਾ ਹੈ ਕਿ ਤੁਸੀਂ ਘਰ ਕਿਸਾਨ ਤਾਂ ਪਹਿਲਾਂ ਹੀ ਦਿੱਲੀ ਮੋਰਚੇ ਤੇ ਗਏ ਨੇ, ਤੁਹਾਡੇ ਲਈ ਕਿੱਦਾਂ ਦਾ ਤੁਸੀਂ ਇਹਨੂੰ ਮਹਿਸੂਸ ਕਰਦੇ ਹੋ ਜੋ ਤੁਸੀਂ ਵੀ ਕਿਸਾਨਾਂ ਦਾ ਸਾਥ ਦੇਣ ਲਈ ਆਪਣੇ ਘਰਾਂ ਤੋਂ ਨਿਕਲ ਕੇ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਹੋ? ਹਾਂਜੀ, ਕਿਸਾਨ ਔਖਾ ਤਾਂ ਹੁੰਦਾ, ਪਰ ਹੁਣ ਕੀ ਕਰੇ, ਸਾਥ ਸਾਨੂੰ ਵੀ ਦੇਣਾ ਚਾਹੀਦਾ, ਆਪਣੇ ਬੰਦਿਆਂ ਦੇ ਨਾਲ, ਕਿਸਾਨਾਂ ਦੇ ਨਾਲ ਸਾਥ ਦੇਣ ਦੀ ਲੋੜ ਆ ਸਾਨੂੰ ਵੀ। ਅਸੀਂ ਘਰ ਨਹੀਂ ਬੈਠਣਾ, ਅਸੀਂ ਜਦ ਤੱਕ ਕਿਸਾਨ ਦੇ ਉੱਥੇ ਜਿੱਤ ਕੇ ਨਹੀਂ ਆਉਂਦੇ, ਜਦ ਤੱਕ ਇਦਾਂ ਹੀ ਸਾਡਾ ਰਹੂਗਾ ਸਾਰਾ ਕੁਝ। ਸੋ ਕਿਸਾਨ ਜਿਹੜਾ ਅਸੀਂ ਇਹਨਾਂ ਕਿਸਾਨ ਬੀਬੀਆਂ ਦੇ ਨਾਲ ਗੱਲ ਕੀਤੀ ਹੈ, ਕਹਿੰਦੇ ਆ ਕਿ ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰਦੇ, ਭਾਵੇਂ ਸਾਲ ਲੱਗਣ 2 ਸਾਲ ਲੱਗਣ, ਉਦੋਂ ਤੱਕ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਤੇ ਸਾਨੂੰ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਛੇਤੀ ਤੋਂ ਛੇਤੀ ਰੱਦ ਕਰਨੇ ਚਾਹੀਦੇ ਨੇ। ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਜਿਹੜਾ ਗੌਰ ਨਹੀਂ ਕਰ ਰਹੀ। ਕਿਸਾਨ 6 ਮਹੀਨਿਆਂ ਤੋਂ ਦਿੱਲੀ ਮੋਰਚਿਆਂ ਤੇ ਧਰਨਾ ਕਰ ਰਹੇ ਨੇ, ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ। ਕਿਸਾਨਾਂ ਦੇ ਕਿੰਨੇ ਸੱਦੇ, ਕਿੰਨੀਆਂ ਕਾਲਾਂ ਮੋਦੀ ਸਰਕਾਰ ਨੂੰ ਜਿਹੜਾ ਆ ਇਹ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦਵਾ ਸਕੇ ਕਿ ਜਿੱਦਾਂ ਕਿਸਾਨਾਂ ਨੇ ਅੱਜ ਸੱਦਾ ਦਿੱਤਾ ਹੈ, ਇਸ ਤਰ੍ਹਾਂ ਦੇ ਹੋਰ ਕਿੰਨੇ ਕੁ ਸੱਦੇ ਜਿਹੜੇ ਕਿਸਾਨਾਂ ਨੂੰ ਦੇਣੇ ਪੈਣਗੇ ਮੋਦੀ ਸਰਕਾਰ ਦਾ ਧਿਆਨ ਆਪਣੀਆਂ ਮੰਗਾਂ ਵੱਲ ਦਿਵਾਉਣ ਲਈ? ਕਿਸੇ ਵੀ ਬੰਦੇ ਨੂੰ ਜਿਹੜਾ ਆਪਣੇ ਦਿਮਾਗ ਦਾ ਤਵਾਜ਼ਨ ਖੋ ਦੇਵੇ, ਉਹਦੀ ਗਰੰਟੀ ਤੇ ਕੋਈ ਨਹੀਂ ਲੈ ਸਕਦਾ ਇਹ ਕਿੰਨੇ ਚਿਰ 'ਚ ਠੀਕ ਹੋਏਗਾ। ਪਰ ਫਿਰ ਵੀ ਇਸ ਆਸ ਤੇ ਉਹਦਾ ਇਲਾਜ ਕਰਦੇ ਰਹਿੰਦੇ ਆ ਤੇ ਇਲਾਜ ਇਹੀ ਹੈ ਕਿ ਅਸੀਂ ਪਬਲਿਕ ਨੂੰ ਜਦੋਂ ਕਾਲ ਦਿੰਦੇ ਆ ਕਿ ਪਬਲਿਕ ਸਾਡਾ ਕਿੰਨਾ ਸਹਿਯੋਗ ਦਿੰਦੀ ਹੈ। ਅਗਰ ਉਹ ਪੱਛਮੀ ਬੰਗਾਲ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਕੇਰਲਾ ਦੇ ਵਿੱਚ ਹਾਰਨ ਤੋਂ ਬਾਅਦ ਔਰ ਅੱਜ ਦੇ ਸਾਰੀ ਪਬਲਿਕ ਦੇ ਦਿੱਤੇ ਸਹਿਯੋਗ ਨੂੰ ਦੇਖ ਕੇ ਫਿਰ ਵੀ ਸਮਝ ਨਹੀਂ ਆਉਂਦੀ ਤਾਂ ਇਸ ਤੋਂ ਮਾੜੀ ਗੱਲ ਬੀਜੇਪੀ ਪਾਰਟੀ ਵਾਸਤੇ, ਬੀਜੇਪੀ ਬੁੱਧੂ ਟੋਲੇ ਵਾਸਤੇ ਤੇ ਇਹਦੇ ਮੋਦੀ ਵਾਸਤੇ ਬਹੁਤ ਮਾੜੀ ਗੱਲ ਹੋਊਗੀ। ਇਹਦਾ ਜਿਹੜਾ ਹਿੰਦੁਸਤਾਨ ਹੈ ਉਹਨੂੰ ਵਿਸ਼ਵ ਗੁਰੂ ਬਣਾਉਣ ਨੂੰ ਫਿਰਦਾ ਸੀ, ਲੇਕਿਨ ਜੋ ਕੋਵਿਡ ਦੇ ਵਿੱਚ ਜਿਸ ਤਰ੍ਹਾਂ ਇਹ ਐਡਮਿਨਿਸਟ੍ਰੇਸ਼ਨ ਫੇਲ ਹੋਈ ਹੈ, ਜਿਵੇਂ ਇਹਨਾਂ ਨੂੰ ਬਾਹਰਲੇ ਮੁਲਕਾਂ ਦੀ ਮਦਦ ਦੇ ਸਹਾਰੇ ਰਹਿਣਾ ਪੈ ਰਿਹਾ, ਇਹਨਾਂ ਨੇ ਹਿੰਦੁਸਤਾਨ ਦਾ ਜਿਹੜਾ ਬਿੰਬ ਹੈ ਉਹ ਇੱਕ ਬੈਗਰ ਵਰਗਾ ਬਣਾ ਦਿੱਤਾ ਗਿਆ। ਔਰ ਜੇ ਆਪਾਂ ਕੋਵਿਡ ਦੇ ਮੱਦੇ ਨਜ਼ਰ ਜਿਵੇਂ ਦਵਾਈਆਂ ਦੀ ਬਲੈਕ, ਸਭ ਚੀਜ਼ ਦੀ ਬਲੈਕ, 100 ਚੀਜ਼ ਹਜ਼ਾਰਾਂ ਨੂੰ ਦੇ ਰਹੇ ਹੈ, ਅਗਰ ਇਹ ਤੋਂ ਆਪਾਂ ਸਬਕ ਸਿੱਖੀਏ, ਜਿਸ ਦਿਨ ਇਹਨਾਂ ਦੇ ਹੱਥ ਦੇ ਵਿੱਚ ਫੂਡ ਦੇ ਕੰਟਰੋਲ ਆ ਗਿਆ, ਇਹਦੇ ਛੋਟੀਆਂ ਮੱਛੀਆਂ ਨੇ ਜਿਨ੍ਹਾਂ ਦਾ ਨਾਂ ਵੀ ਨਹੀਂ ਸੀ, ਜੇ ਉਹ ਅੱਜ ਕੱਲ੍ਹ ਇੰਨੀ ਬਲੈਕ ਕਰ ਰਹੇ ਨੇ, ਜਿਸ ਦਿਨ ਪੂਰੇ ਮਗਰਮੱਛ ਕਾਰਪੋਰੇਟਾਂ ਦੇ ਕੰਟਰੋਲ 'ਚ ਸਭ ਕੁਛ ਆ ਗਿਆ ਤਾਂ ਇਹ ਪਬਲਿਕ ਨੂੰ ਭੁੱਖੀ ਮਾਰ ਦੇਣਗੇ। ਇਹਨਾਂ ਲੋਕਾਂ ਨੂੰ ਪੈਸੇ ਨਾਲ ਮਤਲਬ ਹੈ, ਬੰਦਾ ਕਿਸੇ ਦਾ ਮਰੇ ਰਹੇ ਇਹਨਾਂ ਨੂੰ ਕੋਈ ਮਤਲਬ ਨਹੀਂ। ਸੋ ਵੈਸੇ ਤਾਂ ਪਹਿਲਾਂ ਹੀ ਪਬਲਿਕ ਜਿਹੜੀ ਹੈ ਸਾਡੇ ਕਿਸਾਨਾਂ ਨਾਲ ਬਹੁਤ ਸਹਿਯੋਗ ਦੇ ਰਹੀ ਹੈ, ਅਸੀਂ ਧੰਨਵਾਦੀ ਹਾਂ। ਪਰ ਮੈਂ ਪਬਲਿਕ ਨੂੰ ਫੇਰ ਬੇਨਤੀ ਕਰਨਾਗਾ ਕਿ ਤੁਸੀਂ ਸਮਝ ਰੱਖਿਓ, ਜਿੰਨੀ ਛੇਤੀ ਹੋ ਸਕੇ ਜੇ ਕਿਸਾਨਾਂ ਦਾ ਸਾਥ ਦੇ ਕੇ ਇਹ ਮੋਦੀ ਨੂੰ ਗੱਦੀ ਤੋਂ ਲਾਉਣ ਦੀ ਕੋਸ਼ਿਸ਼ ਕਰੋ, ਇਹ ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਕੋਸ਼ਿਸ਼ ਕਰੋ। ਨਹੀਂ ਤਾਂ ਜਿਵੇਂ ਕੋਵਿਡ ਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਆਪਣੇ ਪਿਆਰਿਆਂ ਤੋਂ ਬਿਮਾਰੀ ਕਰਕੇ ਜਾਨਾਂ ਤੋਂ ਹੱਥ ਧੋਣੇ ਪਏ ਆ, ਉਸੇ ਤਰ੍ਹਾਂ ਭੁੱਖਮਰੀ ਦੇ ਨਾਲ ਹੱਥ ਧੋਣੇ ਪੈਣਗੇ। ਤੇ ਕਿਸਾਨਾਂ ਦੇ ਜਿੰਨੇ ਸੱਦੇ ਦਿੰਦੇ ਤਾਂ ਹਰ ਵਾਰੀ ਜ਼ਿਆਦਾ ਲੋਕ ਜੁੜਦੇ ਨੇ, ਕਿਉਂਕਿ ਜਿਹੜੇ ਪਹਿਲਾਂ ਲੋਕ ਜੁੜੇ ਹੋਏ ਨੇ ਕਿ ਨਵੇਂ ਲੋਕ ਵੀ ਜੁੜਦੇ ਨੇ? ਬਿਲਕੁਲ ਜੁੜਦੇ ਆ ਜੀ, ਕਿਉਂਕਿ ਹਰੇਕ ਬੰਦੇ ਨੂੰ ਜਦੋਂ ਆਪਾਂ ਕਿਸੇ ਚੀਜ਼ ਦੀ ਡੂੰਘਾਈ 'ਚ ਜਾਂਦੇ ਹਾਂ, ਜੂੰ ਡੂੰਘਾਈ 'ਚ ਉਹਦੀ ਸਮਝ ਆਉਂਦੀ ਹੈ। ਲੇਕਿਨ ਸਾਡੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਜੋ ਬੰਦਾ ਵੀ ਇੱਕ ਵਾਰ ਕਿਸਾਨ ਦੇ ਨਾਲ ਜੁੜਿਆ ਉਹ ਪਿੱਛੇ ਨਹੀਂ ਮੁੜਿਆ, ਸਗੋਂ ਹਰ ਵਾਰੀ ਅੱਗੇ ਨਵੇਂ ਤੋਂ ਨਵੇਂ ਬੰਦੇ ਜੁੜਦੇ ਗਏ ਤੇ ਆਪ ਮੁਹਾਰੇ ਲੋਕੀ ਆਪਣੇ ਆਪਣੇ ਢੰਗ ਨਾਲ ਸੱਦੇ ਤੇ ਰੋਸ ਦਿਖਾਵੇ ਕਰ ਰਹੇ ਨੇ, ਤਾਂ ਕਿ ਹਰ ਕੋਈ ਆਪਣੀ ਸਕੀਮ ਦੇ ਨਾਲ ਹਰ ਕੋਈ ਚਾਹੁੰਦਾ ਕਿ ਅੱਜ ਦੇ ਰੋਸ ਧਰਨੇ ਤੋਂ ਮੈਂ ਪਿੱਛੇ ਨਾ ਰਹਿ ਜਾਵਾਂ। ਕਿਸਾਨਾਂ ਵੱਲੋਂ ਜੋ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਮੋਦੀ ਦੇ ਪੁਤਲੇ ਦੇ ਉੱਤੇ ਕਿਸਾਨਾਂ ਨੇ ਛਿੱਤਰਾਂ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਜਿਹੜਾ ਕਿਸਾਨਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਜਾ ਰਿਹਾ ਹੈ। ਕਿਸਾਨਾਂ ਦੇ ਵਿੱਚ ਜਿਹੜਾ ਜੋਸ਼ ਹੈ, ਕਿਸਾਨੀ ਸੱਦੇ ਨੂੰ ਜਿਹੜਾ ਕਿਸਾਨ ਸਮਰਥਨ ਦੇ ਰਹੇ ਨੇ, ਕਿਸਾਨਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਪੁਤਲੇ ਫੂਕੇ ਜਾ ਰਹੇ ਨੇ। ਅਸੀਂ ਪੁੱਛਦੇ ਹਾਂ ਹਾਏ 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 ਹਾਏ
ਤੇ ਜਿਹੜੇ ਕਿਸਾਨਾਂ ਵੱਲੋਂ ਇਹ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਨੇ, ਅਸੀਂ ਕਿਸਾਨਾਂ ਤੋਂ ਜਾਣਦੇ ਆ ਕਿ ਉਹ ਮੋਦੀ ਦਾ ਪੁਤਲਾ ਫੂਕਣ ਦੇ ਨਾਲ ਮੋਦੀ ਸਰਕਾਰ ਤੇ ਕਿੰਨਾ ਕੁ ਅਸਰ ਹੋਏਗਾ। ਵੀਰ ਜੀ, ਜਿਹੜਾ ਅੱਜ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਤਾਂ ਮੋਦੀ ਸਰਕਾਰ ਤੇ ਕੀ ਅਸਰ ਹੋਏਗਾ? ਸਰਕਾਰ ਤੇ ਅਸਰ ਤਾਂ ਉਹਨੂੰ ਖੁਦ ਪਤਾ ਲੱਗ ਗਿਆ ਕਿ ਕਿੰਨੇ ਵੱਡੇ ਲੈਵਲ ਤੇ ਉਹਦਾ ਵਿਰੋਧ ਜਿਹੜਾ ਸ਼ੁਰੂ ਹੋ ਚੁੱਕਿਆ। ਹੁਣ ਲੋਕ ਜਾਗ ਚੁੱਕਿਆ, ਲੋਕ ਸੜਕਾਂ ਤੇ ਆ ਗਏ ਆ ਤੇ ਅੱਜ ਪੁਤਲਾ ਫੂਕਿਆ ਜਾ ਰਿਹਾ। ਆਉਣ ਵਾਲੇ ਟਾਈਮ 'ਚ ਉਹਦੀਆਂ ਨੀਤੀਆਂ ਜਿਹੜੀਆਂ ਨੇ ਉਹ ਵੀ ਫੂਕੀਆਂ ਜਾਣਗੀਆਂ। ਬੰਗਾਲ ਦੇ ਵਿੱਚ ਤੁਸੀਂ ਦੇਖਿਆ ਕਿਵੇਂ ਉਹਦੀ ਸੱਤਾ ਦਾ ਨਸ਼ਾ ਜਿਹੜਾ ਚੂਰ ਕੀਤਾ ਗਿਆ। ਹੁਣ 22 ਦੇ ਵਿੱਚ ਪੰਜਾਬ ਤੇ ਯੂਪੀ, ਉਦੋਂ ਵੀ ਫਿਰ ਜਦੋਂ ਇਹਨਾਂ ਨੂੰ ਜਵਾਬ ਮਿਲੂਗਾ ਉਸ ਤੋਂ ਬਾਅਦ ਇਹਨਾਂ ਨੂੰ ਸਮਝ ਆ ਜਾਏਗੀ ਕਿ ਹੁਣ ਲੋਕ ਜਾਗ ਚੁੱਕੇ। ਲੋਕਾਂ ਨੂੰ ਹੁਣ ਲੋਕਾਂ ਦੀ ਜਿਹੜੀ ਲੋਕ ਲਹਿਰ ਖੜੀ ਹੋਈ ਹੈ ਉਹਦੀ ਹੁਣ ਇਹਨਾਂ ਨੂੰ ਗੱਲ ਮੰਨਣੀ ਪੈਣੀ ਹੈ, ਕਿਉਂਕਿ ਇਹ ਜਿਹੜੇ ਕਾਨੂੰਨ ਨੇ ਇਕੱਲੇ ਕਿਸਾਨਾਂ ਤੇ ਅਸਰ ਨਹੀਂ ਪਾਣਗੇ, ਆਮ ਲੋਕਾਂ ਤੇ। ਐਸੈਂਸ਼ੀਅਲ ਕਮੋਡਿਟੀ ਐਕਟ ਜਿਹੜਾ ਤੀਸਰਾ ਕਾਨੂੰਨ ਹੈ ਇਹਨਾਂ ਦਾ, ਜ਼ਰੂਰੀ ਵਸਤਾਂ ਸੋਧ ਬਿੱਲ, ਉਹਨੇ ਹਰ ਆਮ ਖਾਸ ਨੂੰ ਪ੍ਰਭਾਵਿਤ ਕਰਨਾ। ਹੁਣ ਲੋਕਾਂ ਨੂੰ ਲੱਗ ਗਿਆ ਪਤਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਠਾਠਾ ਮਾਰਦਾ ਇਕੱਠ ਜਿਹੜਾ ਇਸ ਵਿਰੋਧ ਦੇ ਵਿੱਚ ਅੱਜ ਡਟਿਆ ਹੋਇਆ। ਵੈਰੀਆਂ ਦਾ ਰੋਣਾ ਤੇ ਹੈਰਾਨ ਹੋਣਾ ਬਾਕੀ ਹੈ, ਜਿੱਤ ਸਾਡੀ ਪੱਕੀ ਹੈ, ਐਲਾਨ ਹੋਣਾ ਬਾਕੀ ਹੈ। ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕਾਲਾ ਦਿਵਸ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਤੇ ਕਿਸਾਨਾਂ ਦੇ ਵੱਲੋਂ, ਪੂਰੇ ਦੁਨੀਆ ਦੇ ਕਿਸਾਨਾਂ ਦੇ ਵੱਲੋਂ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਕਿਸਾਨਾਂ ਨੇ ਕਿਸਾਨਾਂ ਦੇ ਸੱਦੇ ਦਾ ਜਿਹੜਾ ਸੀ ਸਮਰਥਨ ਕੀਤਾ ਹੈ। ਗਰਮੀ ਦੇ ਵਿੱਚ ਕਿਸਾਨਾਂ ਨੇ ਕਾਲੇ ਝੰਡੇ ਲਹਿਰਾ ਕੇ ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਜਿਹੜਾ ਆ ਪੂਰਾ ਕਿਸਾਨਾਂ ਦਾ ਸਮਰਥਨ ਦਿੱਤਾ, ਕਿਸਾਨੀ ਅੰਦੋਲਨ ਦਾ ਸਮਰਥਨ ਦਿੱਤਾ। ਬੇਸ਼ੱਕ ਜੋ ਕਿਸਾਨ ਦਿੱਲੀ ਮੋਰਚਾ ਤੇ ਨਹੀਂ ਜਾ ਸਕੇ, ਉਹ ਕਿਸਾਨਾਂ ਦਾ ਇੱਥੇ ਰਹਿ ਕੇ ਹੀ, ਆਪਣੀ ਜਗ੍ਹਾ ਤੇ ਰਹਿ ਕੇ, ਆਪਣੇ ਪਿੰਡਾਂ ਵਿੱਚ ਰਹਿ ਕੇ ਕਿਸਾਨਾਂ ਦਾ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਹੁਣ ਕਿਸਾਨਾਂ ਦੇ ਇਸ ਸਮਰਥਨ ਅੱਗੇ ਦੇਖਣਾ ਹੋਏਗਾ ਕਿ ਮੋਦੀ ਸਰਕਾਰ ਕਦੋਂ ਕਿਸਾਨਾਂ ਦੀਆਂ ਮੰਗਾਂ ਵੱਲ ਗੌਰ ਕਰੇਗੀ, ਕਦੋਂ ਖੇਤੀ ਕਾਨੂੰਨ ਰੱਦ ਕਰੇਗੀ ਤੇ ਕਦੋਂ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾਣਗੇ।